अस्सलाम वालेकुम दोस्तों, पंजाबी फूड चैनल ਦੇ ਵਿੱਚ ਤੁਹਾਡਾ ਮੋਸਟ ਵੈਲਕਮ। ਤੇ ਅੱਜ ਫੇਰ ਕੁਝ ਦੋਸਤਾਂ ਦੀ ਫਰਮਾਇਸ਼ ਦੇ ਉੱਤੇ ਸੂਜੀ ਦਾ ਚਾਕਲੇਟ ਕੇਕ ਸਪੈਸ਼ਲ ਰੈਸਪੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਲਗਾਵਾਂ ਕਰਨ ਤੇ ਬੜੇ ਗੌਰ ਦੇ ਨਾਲ A to Z ਦੇਖਣੀ ਹੈ ਰੈਸਪੀ। ਤੇ ਬਾਕੀ ਜਿਹੜੀ ਚੀਜ਼ਾਂ ਦੀ ਕੁਆਂਟੀਟੀ ਜੇ ਨੇ ਇਹ ਤੁਸੀਂ ਦੇਖਣਾ ਗੌਰ ਦੇ ਨਾਲ, ਕਿਉਂਕਿ ਇਹਦੇ ਵਿੱਚ ਅਗਰ ਜ਼ਰਾ ਵੀ ਹੇਰਾਫੇਰੀ ਹੋ ਗਈ ਤੇ ਤੁਹਾਡਾ ਕੇਕ ਜਿਹੜਾ ਹੈ ਨਾ ਉਹ ਖਰਾਬ ਹੋ ਜਾਣਾ। ਤੇ ਇਹ ਹੁਣ ਦੇਖਣੇ ਇਹਦੇ ਵਾਸਤੇ ਕੀ ਕੀ ਯੂਜ਼ ਹੋਣਾ। ਇਹ ਸੂਜੀ ਦਾ ਕੇਕ ਹੈ, ਇਹ ਸਪੈਸ਼ਲ ਸੂਜੀ ਹੈ। ਇਹ ਜਿਹੜੀ ਸੂਜੀ ਹੈ ਨਾ ਇਹ ਵੀ ਕਾਰਨ ਮਕਈ ਦੀ ਸੂਜੀ ਜਿਹੜੀ, ਤੇ ਕਈ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਇਹ ਮਿਲਦੀ ਹੈ ਜਾਂ ਨਹੀਂ ਹੈ, ਹੋ ਸਕਦਾ ਕਿਸੇ ਵੱਡੇ ਸਟੋਰ ਤੋਂ ਮਿਲ ਜੇ। ਤੇ ਬਾਕੀ ਇਹ ਵੇ ਮਕਈ ਦੀ ਸੂਜੀ ਜਿਹੜੀ, ਦੂਸਰੀ ਸੂਜੀ ਕਣਕ ਦੀ ਨਹੀਂ ਹੈ। ਇਹਦਾ ਜਿਹੜਾ ਕੇਕ ਜਿਸ ਨੇ ਖਾ ਲਿਆ ਹੈ ਨਾ ਉਹ ਕੇਕ ਦੁਬਾਰਾ ਲੱਭੇਗਾ ਬੇਕਰੀ ਵਾਲੀਆਂ ਦੁਕਾਨਾਂ 'ਤੇ, ਉਹ ਲੱਭਣਾ ਕੋਈ ਨਹੀਂ, ਕਿਉਂਕਿ ਉੱਥੇ ਦੂਸਰਾ ਮੈਦੇ ਦਾ ਕੇਕ ਹੁੰਦਾ, ਦੰਦਾਂ ਦੇ ਮਸੂੜਿਆਂ ਨਾਲ ਚੰਬੜਨ ਵਾਲਾ। ਤੇ ਬਾਕੀ ਇਹ ਇੱਕਦਮ ਆਪਣਾ ਦਾਣੇਦਾਰ ਤੇ ਗਰਗਰਾ ਕੇਕ ਜਿਹੜਾ ਹੈ ਨਾ ਉਹ ਬਣਨਾ ਇਹ ਮਕਈ ਦੀ ਸੂਜੀ ਜਿਹੜੀ ਇਹਦੇ ਨਾਲ। ਤੇ ਬਾਕੀ ਜਿਹੜਾ ਹੈ ਨਾ 1 ਕੱਪ ਚੀਨੀ ਵਿੱਚ ਜਾਏਗੀ, ਬਾਕੀ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ, ਵਨੀਲਾ ਸੈਂਸ ਇਹ ਖੁਸ਼ਬੂ ਵਾਸਤੇ 3-4 ਕਤਰੇ। ਆਇਲ ਜਿਹੜਾ ਹੈ ਨਾ ਇਹ 1/4 ਕੱਪ ਵੀ ਯੂਜ਼ ਹੋਣਾ ਹੈ। ਦੁੱਧ KDD ਕੰਪਨੀ ਦਾ ਫੁੱਲ ਕਰੀਮ ਮਿਲਕ 1 ਕੱਪ। ਇਹ ਵਿੱਚ ਦਹੀਂ ਯੂਜ਼ ਹੋਵੇਗਾ ਵੀ KDD ਕੰਪਨੀ ਦਾ ਓਰੀਜਨਲ, ਇਹ ਵੀ ਅੱਧਾ ਕੱਪ। ਇਹ ਅੱਧੇ ਕੱਪ ਤੋਂ ਥੋੜ੍ਹਾ ਜਿਹਾ ਘੱਟ ਹੀ ਦਹੀਂ ਵਿੱਚ ਪਾ ਕੇ ਤੇ ਇਹਨੂੰ ਜਿਹੜਾ ਨਾ ਚਮਚੀ ਦੇ ਨਾਲ ਫੈਂਟ ਲਈਏ ਤਾਂ ਕਿ ਜਿਹੜਾ ਨਾ ਵਿੱਚ ਕੋਈ ਲੰਮਸ ਨਾ ਬਣਨ। ਤੇ ਬਾਕੀ ਕੋਕਾ ਪਾਊਡਰ ਜਿਹੜਾ ਹੈ ਨਾ ਇਹ 2 ਚਮਚ ਤੇ 1.5 ਚਮਚ ਛੋਟਾ ਜਿਹੜਾ ਚਮਚ ਉਹ ਕਾਫੀ ਪਾਊਡਰ ਨੈਸਲੇ ਕੰਪਨੀ ਦੀ ਜਿਹੜੀ ਕੋਕਾ ਪਾਊਡਰ ਜਿਹੜਾ ਕੋਸ਼ਿਸ਼ ਕਰਨਾ ਕਿ ਸਹੀ ਓਰੀਜਨਲ ਜਿਹੜਾ ਹੈ ਨਾ ਉਹ ਮਿਲੇ, ਕਿਉਂਕਿ ਦੂਸਰੇ ਵੀ ਹੈ ਨੇ ਮਾਰਕੀਟ ਦੇ ਵਿੱਚ ਤੇ ਉਹ ਕੁਝ ਸਹੀ ਟੇਸਟ ਨਹੀਂ ਉਹਨਾਂ ਦਾ, ਤੇ ਉਹ ਕੇਕ ਜਿਹੜਾ ਹੈ ਨਾ ਉਹ ਨਹੀਂ ਬਣਦਾ ਸਹੀ ਉਹਦਾ। ਤੇ ਇਹ ਚੀਜ਼ਾਂ ਨੇ ਇਹਨਾਂ ਨੂੰ ਹੁਣ ਮਿਕਸ ਲੱਗੀਆਂ ਕਰਨ ਤੇ ਫਿਰ ਤੁਸੀਂ ਜਿਹੜਾ ਹੈ ਨਾ ਅੱਗੋਂ ਨੈਕਸਟ ਸਟੈਪ ਜਿਹੜਾ ਹੈ ਨਾ ਉਹ ਦੇਖੋ। ਤੇ ਬਾਕੀ ਇਹ ਜਿਹੜਾ ਨਾ ਇਹ ਬਟਰ ਪੇਪਰ ਜਿਹੜਾ ਹੈ ਨਾ ਇਹ ਰੈਡੀ ਕਰ ਲਈ। ਇਹਦੇ ਵਿੱਚ ਅਸੀਂ ਜਿਹੜਾ ਹੈ ਨਾ ਕੇਕ ਦਾ ਮਿਸ਼ਰਣ ਪਾ ਕੇ ਤੇ ਇਹਦੇ ਵਿੱਚ ਰੈਡੀ ਕਰਾਂਗੇ ਕੇਕ। ਇਹਨੂੰ ਪਹਿਲਾਂ ਗਰੀਸ ਕਰਨਾ ਆਇਲ ਦੇ ਨਾਲ, ਫਿਰ ਬਟਰ ਪੇਪਰ ਜਿਹਨੂੰ ਉੱਤੇ ਰੱਖਣਾ ਤੇ ਬਟਰ ਪੇਪਰ ਨੂੰ ਵੀ ਉੱਤੋਂ ਗਰੀਸ ਕਰਨਾ, ਫਿਰ ਉਹ ਕੇਕ ਦਾ ਮਿਸ਼ਰਣ ਵਿੱਚ ਐਡ ਕਰਨਾ। ਇਹ ਬਾਹਰ ਇਹ ਵੀ ਕਿ ਕੋਈ ਵੀ ਆਪਣਾ ਜਿਹੜਾ ਹੈ ਨਾ ਗੌਰ ਦੇ ਨਾਲ ਤੁਸੀਂ ਰੈਸਪੀ ਦੇਖਣੀ ਹੈ ਤਾਂ ਕਿ ਵੀ ਕਿ ਤੁਹਾਡਾ ਮਟੀਰੀਅਲ ਜਿਹੜਾ ਹੈ ਨਾ ਜ਼ਾਇਆ ਨਾ ਹੋਵੇ, ਕਿਉਂਕਿ ਮੁਲਕ ਦੇ ਵਿੱਚ ਅੱਗੇ ਬੜੀ ਮਹਿੰਗਾਈ ਫੈਲ ਗਈ ਹੈ ਤੇ ਇਹ ਜ਼ਰਾ ਵੀ ਕੋਈ ਵਾਧਾ ਘਾਟਾ ਹੋ ਗਿਆ ਨਾ ਤੇ ਉਹ ਕੇਕ ਜਿਹੜਾ ਹੈ ਨਾ ਉਹਦਾ ਸਤਿਆਨਾਸ਼ ਹੋ ਜਾਣਾ। ਤੇ ਅਗਲੇ ਸਟੈਪ ਤੱਕ ਜਿਹੜਾ ਹੈ ਨਾ ਤੁਹਾਨੂੰ ਮੈਂ ਦਿਖਾਉਂਦਾ ਵਾ। ਹੁਣ ਇਹ ਦੋਸਤੋ ਇਹ ਸਾਡਾ ਰੈਡੀ ਹੈ। ਇਹ ਦਹੀਂ ਜਿਹੜਾ ਨਾ ਵਿੱਚ ਐਡ ਕਰ ਦਿੱਤਾ। ਹੁਣ ਇਹਦੇ ਵਿੱਚ ਇਹ ਆਇਲ ਜਿਹੜਾ 1/4 ਕੱਪ ਇਹ ਦੇਖ ਰਹੇ ਹੋ ਇਹ ਵਿੱਚ ਟੁਰ ਗਿਆ। ਹੁਣ ਬਾਕੀ ਜਿਹੜਾ ਹੈ ਨਾ ਇਹ ਦੁੱਧ ਤਕਰੀਬਨ 1 ਕੱਪ, ਇਹ ਵੀ ਚਲਾ ਗਿਆ। ਹੁਣ ਇਹ ਸੂਜੀ ਸਾਡੀ ਇਹ ਵੀ ਗਈ। ਇਹ ਕੋਕਾ ਪਾਊਡਰ ਤੇ ਕਾਫੀ ਪਾਊਡਰ, ਇਹ ਚੀਨੀ ਜਿਹੜੀ ਹੈ ਨਾ ਇਹਨੂੰ ਐਡ ਕਰਨੀ ਆ। ਪਹਿਲਾਂ ਇਹਨੂੰ ਮਿਕਸ ਕਰ ਲਈਏ। ਨੈਸਲੇ ਕੰਪਨੀ ਦਾ ਨਾ ਸਹੀ ਪਿਓਰ ਕਾਫੀ ਇਹ ਸਹੀ ਆਪਣਾ ਉਦੋਂ ਵਿੱਚ ਨੱਕ ਨੂੰ ਚੜ੍ਹ ਦਿੰਦੀ ਹੈ, ਬਹੁਤ ਹੀ ਜ਼ਬਰਦਸਤ ਖੁਸ਼ਬੂ ਹੈ ਇਹਦੀ।
ਤੇ ਜਦੋਂ ਤੁਸੀਂ ਮਹਿਸੂਸ ਕਰੋ ਨਾ ਕਿ ਮਿਸ਼ਰਣ ਗੜ ਹੈ ਤੇ ਵਿੱਚ ਜਿਹੜਾ ਹੈ ਨਾ ਥੋੜ੍ਹਾ ਜਿਹਾ ਮਾਮੂਲੀ ਜਿਹਾ ਵਿੱਚ ਤੁਸੀਂ ਐਡ ਕਰ ਦੇਣਾ ਹੈ ਕਾਫੀ ਪਾਊਡਰ ਜਾਂ ਕੋਈ ਵੀ ਚੀਜ਼। ਹੁਣ ਚੀਨੀ ਜਿਹੜੀ ਹੈ ਨਾ ਇਹਨੂੰ ਵੀ ਐਡ ਕਰ ਦਿਓ ਵਿੱਚ। ਦੁੱਧ ਥੋੜ੍ਹਾ ਜਿਹਾ ਜਿਹੜਾ ਨਾ ਹੋਰ ਕਰਨਾ ਕਿਉਂਕਿ ਮਿਸ਼ਰਣ ਜਿਹੜਾ ਹੈ ਨਾ ਜ਼ਿਆਦਾ ਗਾੜਾ ਨਹੀਂ ਚਾਹੀਦਾ ਸਾਨੂੰ। बिल्कुल अच्छी तरह मिक्स करना था जी क्योंकि वो फिर बाद की होंगे कि कोई ना कोई लम्स रह जाता है या गुठली बन जाती है। लेकिन ये बड़ी स्पैशल रेसिपी केक की दे रहे हैं तो ये बड़ा अच्छा केक इंशाल्लाह बन के तैयार होएगा साਡਾ। ਤੁਸੀਂ बस ये कि ਇਹਨੂੰ एंड तक देखना। ਇਸ ਪੋਜੀਸ਼ਨ ਦੇ ਵਿੱਚ ਸਾਨੂੰ ਚਾਹੀਦੀ ਹੈ। ਲੇਕਿਨ ਹੁਣ ਕੀ ਕਰਨਾ ਹੈ ਜਿਹੜਾ ਹੈ ਨਾ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਇਹਨੂੰ ਐਂਡ ਦੇ ਉੱਤੇ ਪਾਉਣਾ ਵਿੱਚ ਤੇ ਵਨੀਲਾ ਐਸੈਂਸ ਵੀ। ਹੁਣ ਕਿਉਂਕਿ ਇਹ ਸੂਜੀ ਹੈ ਤੇ ਇਹਨੇ ਫੁੱਲਣਾ ਉਹ ਵਿੱਚ ਜਜ਼ਬ ਹੋ ਜਾਏਗਾ ਜਦੋਂ ਮਤਲਬ ਉਹ ਪਾਣੀ ਤੇ ਛੱਡ ਜਾਏਗੀ ਆਪਣਾ ਆਪ। ਉਦੋਂ ਇਹਨੂੰ ਤਕਰੀਬਨ ਅੱਧਾ ਘੰਟਾ ਜਿਹੜਾ ਹੈ ਨਾ ਇਹਨੂੰ ਰੈਸਟ ਦੇਣੀ ਹੈ। ਜਦੋਂ ਰੈਸਟ ਦੇਣੀ ਹੈ ਨਾ ਤੇ ਉਦੋਂ ਵੇਖਾਂਗੇ ਕਿ ਸਾਡਾ ਮਿਸ਼ਰਣ ਜਿਹੜਾ ਨਾ ਉਹ ਫਿਰ ਥੋੜ੍ਹਾ ਜਿਹਾ ਨਾ ਉਹ ਗਾੜਾ ਹੋ ਜਾਣਾ। ਫਿਰ ਉਹਦੇ ਬਾਅਦ ਫਿਰ ਥੋੜ੍ਹਾ ਜਿਹਾ ਦੁੱਧ ਵਿੱਚ ਐਡ ਕਰਕੇ ਨਾ ਤੇ ਉਹਨੂੰ ਉਸ ਹਿਸਾਬ ਦੇ ਨਾਲ ਚਾਹੀਦਾ ਜਿੰਨਾ ਕਿ ਸਾਨੂੰ ਚਾਹੀਦਾ ਉਹ ਤੁਸੀਂ ਦੇਖੋ। ਤੁਹਾਨੂੰ ਨਾਲ ਜਿਹੜਾ ਹੈ ਨਾ ਮੈਂ ਦੱਸਦਾ ਪੇਪਰ। ਇਹ ਦੋਸਤੋ ਇਹ ਜਿਹੜਾ ਨਾ ਇਹ ਅੱਧਾ ਘੰਟਾ ਰੈਸਟ ਦਿੱਤਾ ਸੀ ਇਹਨੂੰ। ਲੇਕਿਨ ਇਹ ਥੋੜ੍ਹਾ ਜਿਹਾ ਹੁਣ ਗਾੜਾ ਹੋ ਗਿਆ ਕਿਉਂਕਿ ਉਹ ਸੂਜੀ ਨੇ ਪਾਣੀ ਜਜ਼ਬ ਕੀਤਾ ਨਾ ਤੇ ਇਸ ਕਰਕੇ। ਤੇ ਹੁਣ ਜਿਹੜਾ ਨੇ ਕੀ ਕਰਨਾ ਇਹਦੇ ਵਿੱਚ ਅਸੀਂ ਤਕਰੀਬਨ ਕੋਈ 2 ਚਮਚ ਜਿਹੜਾ ਹੈ ਨਾ ਇਹ ਮਿਲਕ ਹੋਰ ਐਡ ਕਰਦੇ ਹਾਂ। ਹੁਣ ਇਹ ਦੋਸਤੋ ਇੱਕ ਖਾਸ ਧਿਆਨ ਰੱਖਣ ਵਾਲਾ ਪੁਆਇੰਟ ਹੈ। ਇਹ ਤੇ ਵਨੀਲਾ ਐਸੈਂਸ ਜਿਹੜਾ ਇਹਦੇ ਵਿੱਚ ਤਕਰੀਬਨ ਜਿਹੜਾ ਹੈ ਨਾ 3-4 ਡਰਾਪ ਪਾ ਦੇ। ਜਿਹੜਾ ਹੈ ਨਾ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਇਹ ਮੈਂ ਇਹਦੇ ਵਿੱਚ ਪਾਇਆ। ਇਹ ਧਿਆਨ ਰੱਖਣਾ ਕਿ ਇਹ ਚਮਚੀ ਹੈ ਇਹਦੇ ਨਾਲ ਬੇਕਿੰਗ ਪਾਊਡਰ ਜਿਹੜਾ ਹੈ ਨਾ ਉਹ ਫੁੱਲ ਚਮਚੀ ਹੈ ਪੂਰੀ ਇੱਕ। ਤੇ ਜਿਹੜਾ ਬੇਕਿੰਗ ਸੋਡਾ ਹੈ ਨਾ ਉਹ ਇਸ ਚਮਚੀ ਦੇ ਨਾਲ ਹਾਫ ਚਮਚੀ ਉਹ ਜਿਹੜਾ ਹੈ ਨਾ ਐਡ ਕਰਨਾ ਕਿਉਂਕਿ ਇਹਦੇ ਵਿੱਚ ਜ਼ਰਾ ਵੀ ਕੁਤਾਹੀ ਹੋ ਗਈ ਨਾ ਕਿ ਉਹ ਕੇਕ ਖਰਾਬ ਹੋ ਜਾਣਾ ਸਾਰਾ। ਤੇ ਇਹਨੂੰ ਐਂਡ 'ਤੇ ਪਾਉਣਾ ਖਾਸ ਕਰ ਸਿਰਫ ਸੂਜੀ ਦਾ ਕੇਕ ਬਣਾਉਣ ਲੱਗੇ। ਅਗਰ ਮੈਦੇ ਦਾ ਬਣਾਉਂਦੇ ਉਹਦੇ ਨਾਲ ਹੀ ਤੁਸੀਂ ਐਡ ਕਰਨਾ ਲੇਕਿਨ ਇਹਨੂੰ ਐਂਡ 'ਤੇ ਜਾ ਕੇ। ਇਹ ਸਾਡਾ ਜਿਹੜਾ ਹੈ ਨਾ ਇਹ ਰੈਡੀ ਹੋ ਗਿਆ ਹੁਣ ਇਸ ਟਾਈਮ। ਹੁਣ ਇਹ ਜਿਹੜਾ ਬਟਰ ਪੇਪਰ ਹੈ ਇਹ ਵਿੱਚ ਲਾ ਦਿੱਤਾ
ਇਸ ਟਾਈਮ ਇਹਨੂੰ ਗਰੀਸ ਕਰਨਾ ਇਸ ਬਰਤਨ ਨੂੰ ਵੀ ਪਹਿਲਾਂ, ਫਿਰ ਬਟਰ ਪੇਪਰ ਉੱਤੇ ਰੱਖਿਆ ਉਹਨੂੰ ਵੀ ਗਰੀਸ ਕਰ ਦਿੱਤਾ। ਇਹਨੂੰ ਵਿੱਚ ਮਿਸ਼ਰਣ ਨੂੰ ਐਡ ਕਰਨਾ, ਉਹਦੇ ਬਾਅਦ ਅੱਗੋਂ ਤੀਸਰਾ ਸਟੈਪ ਜਿਹੜਾ ਉਹ ਤੁਸੀਂ ਦੇਖਦੇ ਰਹੋ। ਇਹ ਦੋਸਤੋ ਇਹ ਸਾਡਾ ਜਿਹੜਾ ਮਿਸ਼ਰਣ ਹੈ ਨਾ ਉਹ ਇਸ ਟਾਈਮ ਪਰਫੈਕਟ ਰੈਡੀ ਹੈ। ਬਾਕੀ ਇਹ ਜਿਸ ਤਰ੍ਹਾਂ ਤੁਸੀਂ ਦੂਸਰੀਆਂ ਰੈਸਪੀਆਂ ਦੇ ਵਿੱਚ ਦੇਖੀ, ਇਹ ਕੜਾਹੀ ਨੂੰ ਉੱਤੇ ਰੱਖਣਾ ਜਾਂ ਤੁਹਾਡੇ ਕੋਲ ਕੋਈ ਵੀ ਪ੍ਰੈਸ਼ਰ ਕੁੱਕਰ ਦੇਗਚੀ ਕੋਈ ਵੀ ਚੀਜ਼ ਉਹ ਰੱਖਣਾ। ਇਹਨੂੰ ਇਹ ਥੱਲੇ ਨਿਮਕ ਖਿਲਾਰਨਾ, ਨਿਮਕ ਨਹੀਂ ਵੀ ਤਾਂ ਕੋਈ ਗੱਲ ਨਹੀਂ। ਅਗਰ ਇਹਦਾ ਇਹ ਨਹੀਂ ਕਿ ਇਹ ਨਿਮਕ ਇੱਕ ਵਾਰੀ ਯੂਜ਼ ਹੋ ਗਿਆ ਤੇ ਇਹਨੂੰ ਸੁੱਟ ਦੇਣਾ ਨਾ, ਇਹਨੂੰ ਤੁਸੀਂ ਵਾਰ-ਵਾਰ ਜਿਹੜਾ ਨਾ ਯੂਜ਼ ਕਰੋ, ਇਹਨੂੰ ਕੁਝ ਨਹੀਂ ਹੁੰਦਾ। ਉਹਦੇ ਉੱਤੇ ਕੋਈ ਵੀ ਰੱਖ ਦੇਣਾ ਆਪਣਾ ਪਾਟ ਤਾਂ ਕਿ 1 ਇੰਚ ਜਿਹੜਾ ਨਾ ਕਮ ਸੇ ਕਮ ਉੱਚਾ ਰਹੇ, ਕੜਾਹੀ ਦੇ ਨਾਲ ਟੱਚ ਨਾ ਹੋਵੇ। ਅਤੇ ਮਿਸ਼ਰਣ ਰੱਖਣ ਤੋਂ ਪਹਿਲਾਂ ਇਹਨੂੰ ਤਕਰੀਬਨ 10 ਕੁ ਮਿੰਟ ਜਿਹੜਾ ਨਾ ਹੀਟ ਅਪ ਕਰਨਾ। ਇਹਦੇ ਅੰਦਰ ਹੀਟ ਹੋਣੀ ਚਾਹੀਦੀ ਹੈ ਜਦੋਂ ਉਹਨੂੰ ਰੱਖਣਾ। ਅਗਰ ਠੰਡੀ ਬਰਤਨ ਦੇ ਵਿੱਚ ਰੱਖੋਗੇ ਨਾ ਤੇ ਉਹ ਕੇਕ ਜਿਹੜਾ ਹੈ ਨਾ ਉਹ ਅੰਦਰੋਂ ਕੱਚਾ ਰਹਿ ਜਾਏਗਾ। ਅਤੇ ਇਹਨੂੰ ਅੱਲਾ ਦਾ ਨਾਂ ਲੈ ਕੇ ਰੱਖ ਦਈਏ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹਨੂੰ ਮੀਡੀਅਮ ਲੋ ਫਲੇਮ ਦੇ ਉੱਤੇ ਜਿਹੜਾ ਹੈ ਨਾ, ਇਹ ਕੇਕ ਸਾਡਾ ਇਨਸ਼ਾਅੱਲਾ 45 ਮਿੰਟ ਦੇ ਵਿੱਚ 45 ਮਿੰਟ ਜਿਹੜਾ ਹੈ ਨਾ ਉਹ ਲਵੇਗਾ ਟਾਈਮ। ਅਤੇ ਇਸ ਤੋਂ ਪਹਿਲਾਂ ਤੁਸੀਂ ਇਹਨੂੰ ਨਹੀਂ ਦੇਖਣਾ। 45 ਮਿੰਟ ਦੇ ਬਾਅਦ ਹੀ ਇਹਨੂੰ ਤੁਸੀਂ ਜਿਹੜਾ ਹੈ ਨਾ ਬਰਤਨ ਨੂੰ ਥਾਲੀ ਚੁੱਕ ਕੇ ਚੈੱਕ ਕਰਨਾ, ਉਸ ਤੋਂ ਪਹਿਲਾਂ ਨਹੀਂ। ਕਿਉਂਕਿ ਉਸ ਤੋਂ ਪਹਿਲਾਂ ਚੁੱਕੋਗੇ ਨਾ ਤਾਂ ਫਿਰ ਕੀ ਇਹ ਬਾਹਰ ਦੀ ਹਵਾ ਪਏਗੀ। ਕੇਕ ਸੈਂਟਰ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਕਈਆਂ ਘਰਾਂ ਦੇ ਵਿੱਚ, ਜਿੰਨਾ ਨਹੀਂ ਨਾ ਪਤਾ, ਉਹ ਕੇਕ ਡੂੰਘਾ ਹੋ ਜਾਂਦਾ ਸੈਂਟਰ ਦੇ ਵਿੱਚੋਂ। ਅਤੇ ਉਹ ਇਸ ਕਰਕੇ ਜਿਹੜਾ ਹੈ ਨਾ ਇਹਨੂੰ ਉਦੋਂ ਹੀ ਦੇਖਣਾ ਜਦੋਂ ਇਹਦਾ ਟਾਈਮ ਪੂਰਾ ਹੋ ਜਾਵੇ। ਲਓ ਜੀ ਦੋਸਤੋ, 45 ਮਿੰਟ ਦੇ ਵਿੱਚ ਸਾਡਾ ਜਿਹੜਾ ਨਾ ਪਰਫੈਕਟ ਕੇਕ ਹੈ, ਦੇਖ ਰਹੇ ਇੱਕਦਮ ਦਾਣੇਦਾਰ ਕੇਕ ਤਿਆਰ ਹੋਇਆ। ਅਤੇ ਇਹ ਬਟਰ ਪੇਪਰ ਦਾ ਇਹ ਫਾਇਦਾ ਹੁੰਦਾ ਕਿ ਉਸੇ ਟਾਈਮ ਜਿਹੜਾ ਹੈ ਨਾ ਨਿਕਲ ਆਉਂਦਾ ਕੇਕ। ਅਤੇ ਬਹੁਤ ਹੀ ਜ਼ਬਰਦਸਤ ਕੇਕ ਅਤੇ ਜ਼ਾਇਕੇ ਵਾਲਾ। ਅਤੇ ਇਹ ਥੋੜ੍ਹਾ ਜਿਹਾ ਜਿਹੜਾ ਹੈ ਨਾ ਬਣਾਇਆ ਹੈ ਸ਼ੂਗਰ ਸੀਰਪ ਇਹਦੇ ਉੱਤੇ ਨਾ ਥੋੜ੍ਹੀ ਜਿਹੀ ਡੈਕੋਰੇਟ ਕਰਨ ਵਾਸਤੇ। ਅਤੇ ਇਹ ਤੁਸੀਂ ਵੀ ਬਣਾਉਣਾ ਅਤੇ ਪਲੀਜ਼ ਦੱਸਣਾ ਕਿ ਕਿਸ ਤਰ੍ਹਾਂ ਦਾ ਕੇਕ ਤਿਆਰ ਹੋਇਆ ਹੈ। ਅਤੇ ਸਹੀ ਦਾਣੇਦਾਰ ਕੇਕ ਬਣਿਆ ਜੀ। ਉਹਦੇ ਉੱਤੇ ਥੋੜ੍ਹੇ ਥੋੜ੍ਹੇ ਜਿਹੜੇ ਹੈ ਨਾ ਪਿਸਤਾ ਦੇ ਬਦਾਮ। ਇਹ ਕੋਕਾ ਪਾਊਡਰ ਹਲਕਾ ਜਿਹਾ ਕੱਦੂਕਸ਼ ਕਰ ਲਈਏ। ਇਹਦਾ ਹੁਣ ਇਹ ਵੀ ਕਿ ਤੁਸੀਂ ਜਦੋਂ ਇਹਨੂੰ ਬਣਾਉਣਾ ਅਤੇ ਇਹਦਾ ਜਦੋਂ ਟੇਸਟ ਚੈੱਕ ਕਰਨਾ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕੀ ਚੀਜ਼ ਹੈ। ਤੁਹਾਨੂੰ ਮੈਂ ਪੀਸ ਕੱਟ ਕੇ ਦਿਖਾਉਂਦਾ ਹਾਂ ਛੋਟਾ ਜਿਹਾ। ਇਹ ਦੇਖੋ, ਮੂੰਹ ਦੇ ਵਿੱਚ ਰੱਖਦਿਆਂ ਸਾਰ ਹੀ ਘੁਲ ਜਾਣ ਵਾਲਾ ਕੇਕ। ਅਤੇ ਇਹ ਪਲੀਜ਼ ਇਹ ਜਿਹੜਾ ਨਾ ਸਬਸਕ੍ਰਾਈਬ ਕਰਨਾ ਅਤੇ ਬਾਕੀ ਦੋਸਤਾਂ ਦੇ ਅੱਗੇ ਵੀ ਸ਼ੇਅਰ ਕਰਨਾ। ਅਤੇ ਇਨਸ਼ਾਅੱਲਾ
ਤੁਸੀਂ ਕੇਕ ਬਣਾਓ, ਕੋਈ ਫਾਲਟ ਹੋਇਆ ਕੋਈ ਕਮੈਂਟ ਦੇ ਵਿੱਚ ਜਾਂ ਕੁਝ ਵੀ ਮੈਨੂੰ ਤੁਸੀਂ ਲਿਖਣਾ ਦੱਸਣਾ, ਤੇ ਉਹ ਫਿਰ ਤੁਹਾਨੂੰ ਮੈਂ ਦੱਸਾਂਗਾ ਕਿ ਇਹਦੇ 'ਚ ਕੀ ਫਾਲਟ ਹੈ ਜਾਂ ਕਿੱਥੋਂ ਫਾਲਟ ਹੈ। ਕੋਈ ਵੀ ਕਿਸੇ ਵੀ ਕਿਸਮ ਦਾ ਕੇਕ, ਚਾਕਲੇਟ ਕੇਕ, ਦੂਸਰਾ ਕੇਕ, ਸਾਦਾ ਕੇਕ, ਸਿੰਪਲ ਬਨਾਨਾ ਕੇਕ, ਔਰੇਂਜ ਕੇਕ, ਕੋਈ ਵੀ ਕਿਸੇ ਵੀ ਕਿਸਮ ਦਾ। ਦੇਖਿए अंदर तक केक ਜਿਹੜਾ ਨਾ ਇੱਕਦਮ ਦਾਣੇਦਾਰ ਬਣਿਆ ਕੇਕ। देख रहे हो केक? तो ठीक है दोस्तों, इंशाअल्लाह फिर मिलांगे। तो बाकी अपना अल्लाह हाफिज़, दुआवां दे विच याद रखना।